ब्रेक तो बाद एक बार फिर तो तुहाडा स्वागत है। एक वड्डी खबर आ रही है, उसका रुख करते हैं। पंजाब दे विच वड्डा प्रशासनिक फेर बदल किया गया। चोण कमिशन ने 2 DC ਅਤੇ 8 SSP बदल दिते ने। 2 IPS 6 PPS हटा दिते गए ने, 8 IPS लगाए गए ने। फिरोजपुर ਅਤੇ बठिंडा ਦੇ DC ਦੇ ਤਬਾਦਲੇ कर दिते गए ने। मोहाली हुशियारपुर लुधियाना देहाती ਦੇ SSP बदले गए ने। ਅੰਮ੍ਰਿਤਸਰ देहाती तरनताਰਨ बठिंडा मुक्तसर ਤੋਂ ਜਿਹੜੇ ਤਬਾਦਲੇ ਹੋਏ ਨੇ, ਉਧਰ ਫਤਿਹਗੜ੍ਹ ਸਾਹਿਬ ਦੇ SSP ਨੂੰ ਵੀ ਬਦਲ ਦਿੱਤਾ ਗਿਆ ਹੈ। ਤਾਂ ਇਲੈਕਸ਼ਨ ਕਮਿਸ਼ਨ ਦੇ ਕੋਲ ਅਧਿਕਾਰ ਹੁੰਦਾ, ਜਦੋਂ ਕੋਡ ਆਫ ਕੰਡਕਟ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੀਆਂ ਟ੍ਰਾਂਸਫਰਸ ਹੁੰਦੀਆਂ ਨੇ ਸਾਰੀਆਂ ਇਲੈਕਸ਼ਨ ਕਮਿਸ਼ਨ ਦੇ ਹੱਥ ਦੇ ਵਿੱਚ ਪਹੁੰਚ ਜਾਂਦੀਆਂ ਨੇ। ਤੇ ਹੁਣ ਚੋਣ ਕਮਿਸ਼ਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਔਰ ਆਮ ਤੌਰ ਤੇ ਜਦੋਂ ਕੋਡ ਆਫ ਕੰਡਕਟ ਲੱਗਦਾ ਤਾਂ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਨੇ। ਰੁਕ ਕਰਦੇ ਹਾਂ ਸਿੱਧਾ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ, ਵਿਜੇਪਾਲ ਬਰਾੜ। ਵਿਜੇ, ਜਾਣਨਾ ਚਾਹਾਂਗੇ ਕਿ ਕੁਝ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਡਿਸੀਜਨ ਲਏ ਗਏ ਨੇ ਖਾਸ ਤੌਰ ਤੇ ਟ੍ਰਾਂਸਫਰਸ ਨੂੰ ਲੈ ਕੇ। गौरव देखो, 2 डिप्टी कमिश्नर बदले गए हैं और 8 SSPs ਦੇ ਤਬਾਦਲੇ ਕੀਤੇ ਹੈ ਚੋਣ ਕਮਿਸ਼ਨ ਨੇ। और ਜਿਹੜੇ DC ਬਦਲੇ ਗਏ ਆ ਉਹਨਾਂ ਚ ਅਹਿਮ ਇਹ ਹੈ ਕਿ ਇੱਕ ਫਿਰੋਜ਼ਪੁਰ ਦੇ DC ਨੇ, ਇੱਕ ਬਠਿੰਡਾ ਦੇ DC ਨੇ। ਯਾਨੀ ਦੋਨੇ ਲੋਕੇਸ਼ਨਸ ਉਹ ਨੇ ਜੋ ਪਿਛਲੇ ਦਿਨੀ ਜਦੋਂ ਪ੍ਰਧਾਨ ਮੰਤਰੀ ਦਾ ਦੌਰਾ ਸੀ ਪੰਜਾਬ ਦੇ ਵਿੱਚ, ਔਰ ਉਸ ਵੇਲੇ ਦੋਨਾਂ ਲੋਕੇਸ਼ਨਸ ਤੇ ਇੱਕ ਤਰੀਕੇ ਨਾਲ ਕਹੀਏ ਕਿ ਦੋਨਾਂ ਜਿਹੜੇ ਏਰੀਏ ਦੇ ਸੀਨੀਅਰ ਅਧਿਕਾਰੀ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ, ਕਿਉਂਕਿ ਬਠਿੰਡਾ ਤੋਂ ਪ੍ਰਧਾਨ ਮੰਤਰੀ ਗਏ ਸੀ ਔਰ ਫਿਰੋਜ਼ਪੁਰ ਉਹ ਪਹੁੰਚੇ ਸੀ ਜਿੱਥੇ ਇਹ ਸਾਰਾ ਪੂਰਾ ਘਟਨਾਕ੍ਰਮ ਹੋਇਆ ਸੀ। ਸੋ ਇੱਕ ਤੇ ਉਸ ਦੇ ਨਾਲ ਵੀ ਆਪਾਂ ਜੋੜ ਕੇ ਦੇਖ ਸਕਦੇ ਹਾਂ ਜਿਹੜੀਆਂ 2 ਡਿਪਟੀ ਕਮਿਸ਼ਨਰਸ ਦੇ ਤਬਾਦਲੇ ਨੇ। ਗਰੀਸ਼ ਦਿਆਲਨ ਨੂੰ ਲਾਇਆ ਗਿਆ ਹੈ ਫਿਰੋਜ਼ਪੁਰ DC ਤੇ ਵਿਨੀਤ ਕੁਮਾਰ ਜਿਹੜੇ ਨੇ ਉਹਨਾਂ ਨੂੰ ਲਾਇਆ ਗਿਆ ਹੈ ਬਠਿੰਡਾ DC। ਇਹ 2 ਤਬਾਦਲੇ ਕੀਤੇ ਗਏ ਨੇ। ਬਾਕੀ ਜਿਹੜੀਆਂ SSPs ਦੇ ਤਬਾਦਲੇ ਨੇ ਇਹ ਆਮ ਤੌਰ ਤੇ ਗੌਰਵ ਚੋਣਾਂ ਵੇਲੇ ਹੁੰਦੇ ਨੇ ਔਰ ਇਹਦੇ ਵਿੱਚ ਬਠਿੰਡਾ ਦੇ DC ਨੂੰ ਬਦਲਿਆ ਗਿਆ, ਬਠਿੰਡਾ ਦੇ SSP ਨੂੰ ਬਦਲਿਆ ਗਿਆ ਹੈ ਅਜੇ ਮਲੂਜਾ ਨੂੰ। ਪਿਛਲੇ ਦਿਨੀ ਅਜੇ ਮਲੂਜਾ ਤੋਂ ਜਿਹੜੀ ਹੈ ਇਹ ਪੁੱਛਗਿੱਛ ਵੀ ਹੋਈ ਸੀ ਔਰ ਸਾਰੀ ਸਥਿਤੀ ਦਾ ਜਿਹੜਾ ਜਾਇਜ਼ਾ ਲਿਆ ਸੀ ਟੀਮ ਨੇ, ਜਿਹੜੀ ਕੇਂਦਰ ਦੀਆਂ ਟੀਮਾਂ ਸੀ। ਉਦੋਂ ਅਜੇ ਮਲੂਜਾ ਦਾ ਵੀ ਨਾਮ ਇਸ ਦੇ ਵਿੱਚ ਆਇਆ ਸੀ। ਇਹ ਸਮਝ ਸਕਦੇ ਹਾਂ ਜਾਂ ਆਪਾਂ ਉਸ ਨਾਲ ਜੋੜ ਕੇ ਲਿੰਕ ਕਰਕੇ ਦੇਖ ਸਕਦੇ ਹਾਂ ਕਿ ਇਸ ਦੀ ਇਹ ਇੱਕ ਵਜ੍ਹਾ ਹੋ ਸਕਦੀ ਹੈ ਜੀ। ਜਿਵੇਂ ਮੋਹਾਲੀ ਦੇ SSP ਦਾ ਤਬਾਦਲਾ ਹੋਇਆ ਹੈ ਨਵਜੋਤ ਮਾਲ, ਉਹਨਾਂ ਬਾਰੇ ਸਪਸ਼ਟ ਤੌਰ ਤੇ ਹੀ ਪਤਾ ਹੈ ਕਿ ਉਹ ਤ੍ਰਿਪਤ ਬਾਜਵਾ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਰਿਸ਼ਤੇਦਾਰ ਨੇ, ਭਾਣਜੇ ਲੱਗਦੇ ਨੇ। ਤਾਂ ਐਸੇ ਵਿੱਚ ਚੋਣ ਕਮਿਸ਼ਨ ਦੀ ਇਹ ਨਜ਼ਰ ਰਹਿੰਦੀ ਹੈ ਕਿ ਜਿਹੜਾ ਕੋਈ ਪੁਲਿਸ ਅਧਿਕਾਰੀ ਕਿਸੇ ਪੋਲੀਟੀਸ਼ੀਅਨ ਦਾ ਰਿਸ਼ਤੇਦਾਰ ਹੈ ਤਾਂ ਕਿ ਉਹ ਚੋਣਾਂ 'ਚ ਕਿਸੇ ਵੀ ਤਰੀਕੇ ਕੋਈ ਫਾਇਦਾ ਨਾ ਪਹੁੰਚਾ ਸਕੇ। ਇਸ ਕਰਕੇ ਚੋਣ ਕਮਿਸ਼ਨ ਫਿਰ ਆਪਣੇ ਪੱਧਰ ਤੇ ਇਹ ਤਬਾਦਲੇ ਕਰਦਾ ਹੀ ਹੈ। ਔਰ ਜਿਹੜੇ ਅਫਸਰ ਲਗਾਏ ਵੀ ਗਏ ਹੈ ਗੌਰਵ, ਉਹ ਸਾਰੇ ਜਾਂ ਤਾਂ 2010 ਬੈਚ ਦੇ IPS ਨੇ ਜਾਂ 2012 ਦੇ ਨੇ ਜਾਂ 2015 ਦੇ ਨੇ। ਮਤਲਬ ਲੇਟੈਸਟ ਜਿਹੜੇ ਅਫਸਰ ਨੇ ਸਾਰੇ ਉਹ IPS ਅਧਿਕਾਰੀ ਸਾਰੇ ਲਗਾਏ ਗਏ ਨੇ। PPS ਜਿਹੜੇ ਸੀ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ। ਸੋ ਇਹ ਹਲੇ ਸ਼ੁਰੂਆਤ ਹੋਈ ਹੈ। ਅਗਲੇ ਦਿਨਾਂ ਦੇ ਵਿੱਚ ਛੋਟੇ ਪੱਧਰ ਤੇ ਵੀ ਤਬਾਦਲੇ ਜਿਹੜੇ ਆ ਉਹ ਬਹੁਤ ਸਾਰੇ ਹੋਣਗੇ, ਚਾਹੇ DSPs ਹੋਣ ਚਾਹੇ SHO ਤੱਕ ਵੀ ਕਿਉਂ ਨਾ ਹੋਣ, ਕਿਉਂਕਿ ਉਹ ਜਦੋਂ ਇਲੈਕਸ਼ਨ ਕੈਂਪੇਨ ਚੱਲਦੀ ਹੈ ਤਾਂ ਉਹ ਫਿਰ ਕੰਪਲੇਂਟਸ ਦੇ ਆਧਾਰ ਤੇ ਉਹ ਕਾਰਵਾਈਆਂ ਹੁੰਦੀਆਂ। ਜੇ ਕੋਈ ਪਾਰਟੀ ਕੰਪਲੇਂਟ ਕਰਦੀ ਹੈ ਕਿ ਫਲਾਨਾ ਅਫਸਰ ਫਲਾਣੇ ਪੋਲੀਟੀਸ਼ੀਅਨ ਦੀ ਮਦਦ ਕਰ ਰਿਹਾ ਤਾਂ ਉੱਥੇ ਫਿਰ ਚੋਣ ਕਮਿਸ਼ਨ ਜਿਹੜਾ ਹੈ ਆਪਣੇ ਪੱਧਰ ਤੇ ਤਬਾਦਲੇ ਕਰ ਦਿੰਦਾ। ਕਿਉਂਕਿ ਇਸ ਵੇਲੇ ਕੋਡ ਆਫ ਕੰਡਕਟ ਹੈ, ਸੋ ਸਰਕਾਰ ਦੇ ਕੋਲ ਤਾਂ ਇਹ ਪਾਵਰ ਹੁਣ ਰਹੀ ਨਹੀਂ। ਸੋ ਅਗਲੇ ਦਿਨਾਂ 'ਚ ਚੋਣ ਕਮਿਸ਼ਨ ਨੇ ਇਸ ਬਾਬਤ ਸਾਰਾ ਦੇਖਣਾ ਔਰ ਫੈਸਲੇ ਲੈਣੇ ਔਰ ਆਪਾਂ ਕਹਿ ਸਕਦੇ ਹਾਂ ਕਿ ਉਸ ਕੜੀ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ। ਸੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਡਿਸੀਜਨ ਲਏ ਗਏ ਨੇ, 2 DC ਜਿਨ੍ਹਾਂ ਦੇ ਤਬਾਦਲੇ ਹੋਏ ਨੇ ਤੇ 8 SSP ਪੰਜਾਬ ਦੇ ਵਿੱਚ ਬਦਲੇ ਗਏ ਨੇ। ਇਸ ਤੋਂ ਇਲਾਵਾ 2 IPS 6 PPS ਹਟਾ ਦਿੱਤੇ ਗਏ ਨੇ, 8 IPS ਲਗਾ ਦਿੱਤੇ ਗਏ ਨੇ। ਤੇ ਜਿਹੜੇ DCs ਦੇ ਟ੍ਰਾਂਸਫਰ ਨੇ ਫਿਰੋਜ਼ਪੁਰ ਅਤੇ ਬਠਿੰਡਾ ਦੇ DCs ਦੇ ਟ੍ਰਾਂਸਫਰਸ ਕੀਤੇ ਗਏ ਨੇ। ਕਾਸੀ ਹੈ ਕਿ ਇਸ ਤੋਂ ਪਹਿਲਾਂ SSP ਦਾ ਤਬਾਦਲਾ ਜਦੋਂ ਕੋਡ ਆਫ ਕੰਡਕਟ ਲੱਗਣਾ ਸੀ ਉਸ ਤੋਂ ਕੁਝ ਦੇਰ ਪਹਿਲਾਂ ਹੀ ਇਹ ਡਿਸੀਜਨ ਲੈ ਕੇ ਪੰਜਾਬ ਸਰਕਾਰ ਨੇ ਫਿਰੋਜ਼ਪੁਰ ਦੇ SSP ਨੂੰ ਬਦਲ ਦਿੱਤਾ ਸੀ ਤੇ ਹੁਣ ਫਿਰੋਜ਼ਪੁਰ ਦੇ DC ਵੀ ਬਦਲ ਦਿੱਤੇ ਗਏ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਦੇ ਉੱਤੇ ED ਦੇ ਵੱਲੋਂ ਰੇਡ ਜਾਰੀ ਹੈ। ਸਵੇਰੇ 8 ਵਜੇ ਤੋਂ ਇਹ ED ਦੇ ਛਾਪੇ ਪਏ ਨੇ। ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ ਇਹ ਰੇਡ ਹੋਈ ਹੈ, ਮਾਈਨਿੰਗ ਦੇ ਨਾਲ ਜੁੜਿਆ ਹੋਇਆ ਕੇਸ ਦੱਸਿਆ ਜਾ ਰਿਹਾ। ਭੁਪਿੰਦਰ ਸਿੰਘ ਹਨੀ ਜੋ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੱਸੇ ਜਾਂਦੇ ਨੇ, ਭੁਪਿੰਦਰ ਸਿੰਘ ਹਨੀ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਇਹ ਰੇਡ ਕੀਤੀ ਗਈ ਹੈ। ਮੋਹਾਲੀ ਦੇ ਵਿੱਚ ਰੇਡ ਹੋਈ ਹੈ ਕਾਫੀ ਥਾਵਾਂ ਦੇ ਉੱਤੇ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਦੇ ਰਿਸ਼ਤੇਦਾਰ ਸਣੇ ਕਈ ਹੋਰ ਲੋਕਾਂ ਦੇ ਉੱਤੇ ਵੀ ED ਦੇ ਵੱਲੋਂ ਐਕਸ਼ਨ ਕੀਤਾ ਗਿਆ ਤੇ 12 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਮਾਈਨਿੰਗ ਦੇ ਨਾਲ ਜੁੜਿਆ ਹੋਇਆ ਕੇਸ ਹੈ ਜੋ ਦੱਸਿਆ ਜਾ ਰਿਹਾ ਹੈ ਤੇ ਇਸ ਮਾਮਲਿਆਂ ਦੇ ਵਿੱਚ ਹੀ ਜਿਹੜਾ ਇਹ ਐਕਸ਼ਨ ਲਿਆ ਗਿਆ। ਕਾਂਗਰਸ ਇਸ ਨੂੰ ਲੈ ਕੇ ਲਗਾਤਾਰ ਹਮਲਾਵਰ ਹੈ
ਕੇਂਦਰ ਦੀ ਸਰਕਾਰ ਦੇ ਉੱਤੇ ਕੀ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਇੱਥੋਂ ਤੱਕ ਕਹਿ ਚੁੱਕੇ ਨੇ ਕਿ ਮੈਂ ਪੰਜਾਬ ਦੇ ਲਈ ਕੁਝ ਵੀ ਝੱਲਣ ਨੂੰ ਤਿਆਰ ਹਾਂ। ਤੇ ਇਸ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਇਹ ਮੈਰਾਥਨ ਰੇਡ ਆਮ ਤੌਰ ਤੇ ਜਦੋਂ ਈਡੀ ਦੀ ਰੇਡ ਹੁੰਦੀ ਹੈ ਤਾਂ ਕਾਫੀ ਲੰਬੀ ਚੱਲਦੀ ਹੈ। ਤਾਂ ਕਰੀਬ 10 10.5 ਘੰਟੇ ਆਲਰੇਡੀ ਹੋ ਚੁੱਕੇ ਨੇ ਜੋ ਈਡੀ ਦੇ ਛਾਪੇ ਮਾਰੇ ਗਏ। ਤਾਂ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ 12 ਥਾਵਾਂ ਦੇ ਉੱਤੇ। ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਹੈ। ਸੀਐਮ ਦੇ ਰਿਸ਼ਤੇਦਾਰ ਸਣੇ ਕੁਝ ਹੋਰ ਲੋਕ ਨੇ ਜਿਨ੍ਹਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਹੋਈ ਹੈ। ਟੋਟਲ 12 ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਹੈ। ਮੋਹਾਲੀ ਦੇ ਵਿੱਚ ਵੀ ਸਵੇਰ ਤੋਂ ਹੀ ਛਾਪੇਮਾਰੀ ਦਾ ਪੂਰਾ ਸਿਲਸਿਲਾ ਜਾਰੀ ਹੈ। ਇੱਥੋਂ ਤੱਕ ਜਾਣਕਾਰੀ ਹੈ ਕਿ ਪੰਜਾਬ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਵੀ ਈਡੀ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ। ਮਨੀ ਲਾਂਡਰਿੰਗ ਦਾ ਪੂਰਾ ਮਾਮਲਾ ਹੈ ਤੇ ਨਾਲ ਹੀ ਮਾਈਨਿੰਗ ਦੇ ਨਾਲ ਜੁੜਿਆ ਹੋਇਆ ਕੇਸ ਦੱਸਿਆ ਜਾ ਰਿਹਾ ਹੈ। ਉਧਰ ਈਡੀ ਦੀ ਰੇਡ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ। ਸੀਐਮ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਦਬਾਅ ਪਾਉਣ ਦੀ ਕੋਸ਼ਿਸ਼ ਹੈ। ਮੈਨੂੰ ਤੇ ਮੇਰੇ ਮੰਤਰੀਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬੀ ਦਬਦੇ ਨਹੀਂ। कि जब इलेक्शन हुए ममता बनर्जी के रिश्तेदारों पे भी ऐसे ही अटैक हुए थे, सेम पैटर्न पे अब पंजाब में ईडी प्रेशराइज करने की कोशिश कर रही है, परेशानी दे रही है, हर तरीके से दबाव बनाया जा रहा है। खाली एक मंत्री पे नहीं, मुख्यमंत्री पे नहीं, हर कांग्रेस के वर्कर पे दबाव बनाया जा रहा है। ये अच्छा माहौल नहीं है लोकतंत्र के लिए। इलेक्शन आ गए तो इनको ईडी की रेडें याद आ गई। तो मैंने जो टीवी और खबरों से सुना है उसके हिसाब से रेड हो रही है। अभी तक मेरे पास इसकी पुख्ता कोई जानकारी नहीं है, लेकिन ये ठीक है कि अल्टीमेटली हमारे मंत्रियों को और मुझे ये टारगेट करने की कोशिश कर। उधर कांग्रेस ईडी रेड के उत्ते सवाल चुक रही है। कांग्रेसी इस मसले ते केंद्र सरकार ते बीजेपी नु घेर रहे हैं। जो आज रेड की गई, जिस रेड से प्रत्यक्ष और अप्रत्यक्ष तौर के ऊपर चरणजीत सिंह जी चन्नी, कांग्रेस के किसी नेता और कार्यकर्ता का कोई भी जुड़ाव नहीं है। ये एक फेक रेड जिसे दबाव कांग्रेस के ऊपर, लगातार कांग्रेस के नेताओं व कार्यकर्ताओं के ऊपर केंद्र सरकार द्वारा दबाव, हाँ कुछ नेता है उस दबाव के अंदर भारतीय जनता पार्टी उन्होंने ज्वाइन कर ली है, पर चरणजीत सिंह चन्नी और तमाम कांग्रेस के नेता कितना भी दबाने की कोशिश करेंगे, मजबूती से पंजाब के साथ खड़े रहेंगे। जब राजनीतिक तौर से सारी चीजें खंगाल ली और एक गरीब दलित युवा पंजाब के मुख्यमंत्री सरदार चरणजीत सिंह चन्नी के खिलाफ कुछ नहीं मिला, तो इस प्रकार के उल जलूल, बेतुके और बचकाने इल्जामात लेकर भारतीय जनता पार्टी मैदान में आई है। और साथियों, आजकल खूब नूरा कुश्ती चल रही है मोदी जी और केजरीवाल जी में। जब 10-15 मिनट के लिए काफिला रुक जाता है प्रधानमंत्री जी का, तो प्रधानमंत्री की डिफेंस में कौन कूदता है? अरविंद केजरीवाल जी महोदय सबसे पहले चन्नी साहब और उनकी सरकार पर हमलावर हो जाते हैं। दिल्ली के मुख्यमंत्री अरविंद केजरीवाल मोदी जी की डिफेंस में खड़े हो जाते हैं। और आज जब ना चन्नी जी को मालूम था, ना पत्रकारों को मालूम था, ना अखबार नवीसों को मालूम था कि ईडी की रेड होगी, तो ईडी की रेड होते ही पहला बयान किसका आया? माननीय अरविंद केजरीवाल जी का। लगता है मोदी जी के आजकल डायरेक्ट हॉटलाइन अरविंद केजरीवाल जी से मिली हुई है। देखो, किसी दे उत्ते भी रेड होने का मतलब ये नहीं भी वो गिल्टी है, जब तक वो तत्थ प्रूव नहीं होंगे। समझते हो मेरी गल? रेडा मार मार के ही तो बाह मरोड़ी है। साडा पुराना चीफ मिनिस्टर भी चाऊ चाऊ करता सी, ਉਹਦੇ भी तो रेडा ही पईयां सी, ਉਹਦੇ सन इन लॉ दे, ਉਹਦੇ फलाने दे ते ਉਹਦੇ ਧਮਕਾਨੇ दे, ठीक है नहीं? सो इस करके ये तो जीते पई है, उन्होंने एक्सप्लेन करना पैना है।